ਸਤਿ ਸ਼੍ਰੀ ਅਕਾਲ। PNCN ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਇਸ ਸਮੇਂ ਕੁਝ ਅਹਿਮ ਅਪਡੇਟਸ ਤੁਹਾਨੂੰ ਦੱਸਾਂਗੇ, ਜਿਸ ਦੇ ਵਿੱਚ ਸ਼ੁਰੂਆਤ ਵਿੱਚ ਜਾਣਕਾਰੀ ਤੁਹਾਨੂੰ ਦਵਾਂਗੀ ਕਿ CERB ਤੋਂ ਬਾਅਦ ਜਿਹੜੇ EI ਦੇ ਲਈ ਯੋਗਤਾ ਨਹੀਂ ਰੱਖਦੇ ਉਹਨਾਂ ਨੂੰ CRB ਦੇ ਤਹਿਤ ਕਦੋਂ ਤੇ ਕਿਵੇਂ ਮਦਦ ਮਿਲਣੀ ਹੈ, ਇਸ ਦੇ ਬਾਰੇ ਜਾਣਕਾਰੀ ਦੱਸਾਂਗੀ। ਜਿਸ ਤੋਂ ਬਾਅਦ ਇਹ ਵੀ ਤੁਹਾਨੂੰ ਦੱਸਾਂਗੇ ਕਿ ਇੱਕ ਰਿਪੋਰਟ ਸਾਹਮਣੇ ਆਈ ਹੈ ਜਿਸ ਮੁਤਾਬਕ ਕੈਨੇਡਾ ਦੇ ਵਿੱਚ ਗਰੋਸਰੀ ਦੇ ਰੇਟ ਵਧਣ ਵਾਲੇ ਨੇ। ਉਸ ਤੋਂ ਬਾਅਦ ਸਰੀ ਦੇ ਵਿੱਚ ਤੇ ਟੋਰਾਂਟੋ 'ਚ ਗੋਲੀਆਂ ਚੱਲਣ ਦੇ ਮਾਮਲੇ ਸਾਹਮਣੇ ਆਏ, ਕਤਲ ਹੋਇਆ। ਤੇ ਉਸ ਤੋਂ ਬਾਅਦ ਜਾਣਕਾਰੀ ਦੇਵਾਂਗੇ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਚੋਣਾਂ ਦੌਰਾਨ ਜਿਹੜੇ ਪੰਜਾਬੀ ਮੂਲ ਦੇ ਉਮੀਦਵਾਰ ਦੇ ਉੱਤੇ ਇਲਜ਼ਾਮ ਲੱਗੇ ਸੀ, ਉਸ ਦੇ ਉੱਤੇ ਇਲੈਕਸ਼ਨ BC ਦੇ ਵੱਲੋਂ ਅੱਗੇ ਕੀ ਜਾਣਕਾਰੀ ਦਿੱਤੀ ਗਈ ਹੈ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕਿ ਜਿਹੜੀ ਹੁਣ ਕੈਨੇਡਾ ਸਰਕਾਰ ਦੇ ਵੱਲੋਂ CERB ਤੋਂ ਬਾਅਦ CRB ਤਹਿਤ ਮਦਦ ਦਿੱਤੀ ਜਾਣੀ ਹੈ, ਉਸ ਦੇ ਵਾਸਤੇ ਜਿਹੜੀ ਕਿ ਸੈਲਫ ਇੰਪਲੋਇਡ ਨੇ ਉਹਨਾਂ ਨੂੰ ਉਹ ਮਦਦ ਮਿਲਣੀ ਹੈ, ਕਿਉਂਕਿ ਸੈਲਫ ਇੰਪਲੋਇਡ ਹੁੰਦੇ ਨੇ ਜਿਹੜੇ ਉਹ EI ਦੇ ਲਈ ਯੋਗਤਾ ਨਹੀਂ ਰੱਖਦੇ। ਇਸ ਦੇ ਨਾਲ ਹੀ ਉਹ ਕਾਮੇ ਜਿਨ੍ਹਾਂ ਦੇ ਕੋਲ ਕੰਮ ਨਹੀਂ ਹੈ ਤੇ ਉਹ EI ਦੇ ਵਾਸਤੇ ਯੋਗਤਾ ਵੀ ਨਹੀਂ ਰੱਖਦੇ, ਉਹ ਵੀ CRB ਦੇ ਤਹਿਤ ਅਪਲਾਈ ਕਰਨਗੇ ਮਦਦ ਦੇ ਵਾਸਤੇ। ਤੇ ਇਸ ਮਦਦ ਦੇ ਲਈ ਤੁਸੀਂ ਅਕਤੂਬਰ 12 ਤੋਂ ਅਪਲਾਈ ਕਰ ਸਕਦੇ ਹੋ। CRA ਦੇ ਅਕਾਊਂਟ ਦੇ ਉੱਤੇ ਜਾ ਕੇ, ਜੋ ਤੁਹਾਡਾ ਆਪਣਾ ਅਕਾਊਂਟ ਬਣਿਆ ਹੋਇਆ ਹੈ, ਕੈਨੇਡਾ ਰੈਵਨਿਊ ਏਜੰਸੀ ਦੀ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਨਾ ਸਿਰਫ ਉਹ ਜਿਹੜੇ ਕਿ ਇਸ ਸਮੇਂ ਕੰਮ ਨਹੀਂ ਕਰ ਪਾ ਰਹੇ, ਸਗੋਂ ਉਹ ਵੀ ਜਿਨ੍ਹਾਂ ਦੀ ਇਸ ਸਮੇਂ ਜੋ ਕਮਾਈ ਹੈ ਉਹ ਬਹੁਤ ਘੱਟ ਹੈ, ਉਹ ਵੀ ਅਪਲਾਈ ਕਰ ਸਕਦੇ ਨੇ। ਪਰ ਇਸ ਦੇ ਨਾਲ ਹੀ ਜਾਣਕਾਰੀ ਇਹ ਵੀ ਹੈ ਕਿ ਜਿਹੜੇ ਸੈਲਫ ਇੰਪਲੋਇਡ ਨੇ, ਜੇਕਰ 1 ਸਾਲ ਦੇ ਵਿੱਚ ਉਹਨਾਂ ਦੀ ਕਮਾਈ $38,000 ਤੋਂ ਵੱਧ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਕਮਾਈ ਹੋਵੇਗੀ ਉਸ ਦੇ ਵਿੱਚ ਟੈਕਸ ਦੇ ਰਾਹੀਂ ਉਹਨਾਂ ਨੂੰ CRB ਦੀ ਮਦਦ ਵਾਪਸ ਮੋੜਨੀ ਪਵੇਗੀ। ਸਰਕਾਰ ਨੂੰ ਹਰ $1 ਪਿੱਛੇ 50 ਸੈਂਟ ਉਹਨਾਂ ਨੂੰ ਟੈਕਸ ਦੇ ਰੂਪ ਦੇ ਵਿੱਚ CRB ਦੀ ਜਿਹੜੀ ਉਹਨਾਂ ਨੇ ਮਦਦ ਲਈ ਸੀ ਉਹ ਵਾਪਸ ਸਰਕਾਰ ਨੂੰ ਮੋੜਨੀ ਪਵੇਗੀ। ਇਸ ਦੇ ਵਿੱਚ ਇਹ ਵੀ ਜਾਣਕਾਰੀ ਹੈ ਕਿ CRB ਤੋਂ ਬਾਅਦ ਜਿਹੜੀ ਕਿ ਸਿਕਨੈਸ ਦੇ ਤਹਿਤ ਬੈਨੀਫਿਟ ਦਿੱਤਾ ਜਾ ਰਿਹਾ ਹੈ ਜਾਂ ਫਿਰ ਕੇਅਰ ਗਿਵਿੰਗ ਦੇ ਤਹਿਤ ਬੈਨੀਫਿਟ ਦਿੱਤਾ ਜਾ ਰਿਹਾ ਹੈ। ਜੋ ਸਿਕਨੈਸ ਦੇ ਲਈ ਹੈ ਉਹ ਤਾਂ ਉਹਨਾਂ ਦੇ ਵਾਸਤੇ ਹੈ ਜਿਹੜੇ COVID-19 ਦੇ ਕਰਕੇ ਬਿਮਾਰ ਹੋ ਗਏ ਜਾਂ ਫਿਰ ਉਹਨਾਂ ਨੂੰ ਕੁਆਰੰਟੀਨ ਕਰਨਾ ਪਿਆ, ਜਿਸ ਕਰਕੇ ਉਹ ਕੰਮ ਤੇ ਨਹੀਂ ਜਾ ਸਕਦੇ ਤੇ ਉਹਨਾਂ ਨੂੰ ਸਰਕਾਰ ਤੋਂ ਮਦਦ ਦੀ ਲੋੜ ਹੈ। ਇਸ ਬੈਨੀਫਿਟ ਦੇ ਵਾਸਤੇ ਜਿਨ੍ਹਾਂ ਨੇ ਅਪਲਾਈ ਕਰਨਾ ਹੈ ਉਹ 5 ਅਕਤੂਬਰ ਤੋਂ ਅਪਲਾਈ ਕਰ ਸਕਦੇ ਨੇ। ਤੇ ਕੁਝ ਇਸੇ ਤਰ੍ਹਾਂ ਕੇਅਰ ਗਿਵਿੰਗ ਦੇ ਲਈ ਹੈ, ਜੇਕਰ ਤੁਹਾਡੇ ਉੱਤੇ ਕੋਈ ਨਿਰਭਰ ਕਰਦਾ ਹੈ, ਕੋਈ ਬੱਚੇ ਦਾ ਧਿਆਨ ਰੱਖਣਾ ਤੁਸੀਂ ਜਾਂ ਘਰ ਦੇ ਵਿੱਚ ਕਿਸੇ ਦਾ ਧਿਆਨ ਰੱਖਣਾ ਜਿਸ ਕਰਕੇ ਤੁਸੀਂ ਕੰਮ ਤੇ ਨਹੀਂ ਜਾ ਸਕਦੇ, ਤਾਂ ਇਸ ਮਦਦ ਦੇ ਵਾਸਤੇ ਜਦੋਂ ਤੁਸੀਂ ਅਪਲਾਈ ਕਰਨਾ ਤਾਂ ਉਸ ਦੇ ਲਈ ਜੋ ਇਹ ਪੋਰਟਲ ਹੈ ਉਹ 5 ਅਕਤੂਬਰ ਨੂੰ ਖੁੱਲ੍ਹ ਰਿਹਾ ਹੈ ਤੇ ਉੱਥੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ। ਕੈਨੇਡਾ ਰੈਵਨਿਊ ਏਜੰਸੀ ਦੀ ਵੈਬਸਾਈਟ ਦੇ ਉੱਤੇ ਹੀ ਅਪਲਾਈ ਤੁਸੀਂ ਕਰ ਸਕਦੇ ਹੋ ਇਸ ਦੇ ਵਾਸਤੇ। ਜਿਸ ਤੋਂ ਬਾਅਦ ਕੇਅਰ ਗਿਵਿੰਗ ਦੇ ਬੈਨੀਫਿਟ ਦੇ ਵਿੱਚ ਵੀ ਤੇ ਸਿਕਨੈਸ ਦੇ ਬੈਨੀਫਿਟ ਦੇ ਵਿੱਚ ਵੀ ਤੁਹਾਨੂੰ ਪ੍ਰਤੀ ਹਫ਼ਤੇ ਦੇ ਹਿਸਾਬ ਦੇ ਨਾਲ $500 ਦੀ ਮਦਦ ਸਰਕਾਰ ਦੇ ਵੱਲੋਂ ਮਿਲੇਗੀ। ਇਸ ਦੇ ਨਾਲ ਹੀ ਜੋ CRB ਦੇ ਲਈ ਹੈ ਉਸ ਦੇ ਵਾਸਤੇ ਵੀ $500 ਦੀ ਮਦਦ ਜਿਹੜੇ ਸੈਲਫ ਇੰਪਲੋਇਡ ਨੇ ਉਹ ਤੇ ਜਿਹੜੇ ਕਾਮੇ ਨੇ ਜਿਨ੍ਹਾਂ ਦਾ ਕੰਮ ਛੁੱਟ ਗਿਆ ਜਾਂ ਫਿਰ ਕਮਾਈ ਉਹਨਾਂ ਦੀ ਬਹੁਤ ਘੱਟ ਹੋ ਰਹੀ ਹੈ, ਉਹਨਾਂ ਨੂੰ ਪ੍ਰਤੀ ਹਫ਼ਤੇ ਦੇ ਹਿਸਾਬ ਦੇ ਨਾਲ ਮਿਲੇਗੀ, ਯਾਨੀ ਕਿ $2000 ਪ੍ਰਤੀ ਮਹੀਨੇ ਦੇ ਹੀ ਮਿਲਣਗੇ। ਇਸ ਦੇ ਲਈ ਜਿਹੜੇ ਸਵਾਲ ਸਾਹਮਣੇ ਆ ਰਹੇ ਸੀ ਕਿ ਕਿਵੇਂ ਉਹ ਅੱਗੇ ਸਰਕਾਰ ਤੋਂ ਮਦਦ ਲਈ ਅਪਲਾਈ ਕਰ ਸਕਦੇ ਨੇ, ਤਾਂ ਇਸ ਦੇ ਵਿੱਚ ਇਹੋ ਅਪਡੇਟ ਹੈ ਕਿ 5 ਅਕਤੂਬਰ ਤੋਂ ਤੁਸੀਂ ਜੇਕਰ ਸਿਕਨੈਸ ਜਾਂ ਕੇਅਰ ਗਿਵਿੰਗ ਦੇ ਅਧੀਨ ਆਉਂਦੇ ਹੋ ਤਾਂ ਅਪਲਾਈ ਕਰ ਸਕਦੇ ਹੋ, ਤੇ 12 ਅਕਤੂਬਰ ਤੋਂ ਜੇਕਰ ਤੁਸੀਂ ਜੋ ਤੁਹਾਡਾ ਕੰਮ ਛੁੱਟ ਗਿਆ ਜਾਂ ਫਿਰ ਤੁਸੀਂ ਸੈਲਫ ਇੰਪਲੋਇਡ ਹੋ ਤੇ EI ਦੇ ਲਈ ਯੋਗਤਾ ਨਹੀਂ ਰੱਖਦੇ, ਯਾਨੀ ਕਿ CRB ਦੇ ਅਧੀਨ ਆਉਂਦੇ ਹੋ, ਤਾਂ ਤੁਸੀਂ 12 ਅਕਤੂਬਰ ਤੋਂ ਅਪਲਾਈ ਕਰ ਸਕਦੇ ਹੋ ਜੋ ਪੋਰਟਲ ਖੁੱਲ੍ਹੇਗਾ। ਇਸ ਤਰ੍ਹਾਂ ਲਈ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ, ਜੋ ਕਿ ਯੂਨੀਵਰਸਿਟੀਜ਼ ਦੇ ਵੱਲੋਂ ਇੱਕ ਰਿਪੋਰਟ ਪੇਸ਼ ਕੀਤੀ ਗਈ ਹੈ। ਇਹ ਰਿਪੋਰਟ ਗਰੋਸਰੀਜ਼ ਤੇ ਬਿੱਲ ਵੱਧ ਸਕਦੇ ਨੇ ਇਸ ਸੰਬੰਧੀ ਦਿੱਤੀ ਗਈ ਹੈ। ਦਰਅਸਲ ਕੈਨੇਡਾ ਦੇ ਵਿੱਚ ਖਾਣ ਪੀਣ ਦਾ ਸਮਾਨ ਹੈ ਜਿਹੜਾ ਉਹ ਮਹਿੰਗਾ ਹੋਣ ਦੀ ਗੱਲ ਇਸ ਦੇ ਵਿੱਚ ਕੀਤੀ ਗਈ ਹੈ। ਕੈਨੇਡਾ ਵਿੱਚ ਆਉਂਦੇ ਸਮੇਂ ਵਿੱਚ ਗਰੋਸਰੀ ਬਿੱਲ ਜ਼ਿਆਦਾ ਬਣਨਗੇ। ਇਸ ਦਾ ਜ਼ਿਕਰ ਡਲਹੌਜ਼ੀ ਯੂਨੀਵਰਸਿਟੀ ਦੇ ਨਾਲ ਇੱਕ ਹੋਰ ਯੂਨੀਵਰਸਿਟੀ ਦੇ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਦੇ ਵਿੱਚ ਕੀਤਾ ਗਿਆ ਹੈ, ਜਿਸ ਵਿੱਚ ਦੱਸਿਆ ਗਿਆ ਕਿ ਕੈਨੇਡਾ ਦੇ ਪਰਿਵਾਰ ਹੁਣ ਗਰੋਸਰੀ ਸਟੋਰਸ ਦੇ ਵਿੱਚ ਜ਼ਿਆਦਾ ਪੈਸਾ ਖਰਚਣ ਵਾਲੇ ਨੇ। ਹਰ ਸਾਲ ਕੈਨੇਡਾ ਵਿੱਚ ਭੋਜਨ ਦੇ ਰੇਟ ਸੰਬੰਧੀ ਰਿਪੋਰਟ ਜਾਰੀ ਹੁੰਦੀ ਹੈ, ਜਿਸ ਦੇ ਵਿੱਚ ਰੇਟ ਵੱਧ ਜਾਂ ਘੱਟ ਹੋਣ ਦਾ ਅੰਦਾਜ਼ਾ ਲਾਇਆ ਜਾਂਦਾ ਹੈ। ਇਸ ਸਾਲ ਜਾਰੀ ਹੋਈ ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਕੈਨੇਡਾ ਦੇ ਵਿੱਚ ਭੋਜਨ ਦੇ ਰੇਟ 2 ਤੋਂ 4% ਤੱਕ ਵਧਣ ਵਾਲੇ ਨੇ, ਜਿਸ ਦੇ ਨਾਲ ਔਸਤਨ ਕੈਨੇਡੀਅਨ ਪਰਿਵਾਰਾਂ ਨੂੰ ਹਰ ਸਾਲ $12,667 ਆਪਣੇ ਗਰੋਸਰੀ ਬਿੱਲ ਦੇ ਲਈ ਖਰਚਣੇ ਪੈਣਗੇ, ਜੋ ਕਿ 2019 ਦੀ ਰਿਪੋਰਟ ਦੇ ਨਾਲੋਂ $487 ਦਾ ਵਾਧਾ ਹੈ। ਇੱਥੇ ਜ਼ਿਕਰਯੋਗ ਹੈ ਕਿ COVID-19 ਜਦੋਂ ਕੈਨੇਡਾ ਵਿੱਚ ਸ਼ੁਰੂ ਹੋਇਆ ਸੀ ਤਾਂ ਉਦੋਂ ਤੋਂ ਹੀ ਕਿਹਾ ਜਾ ਰਿਹਾ ਸੀ ਕਿ ਕਾਮਿਆਂ ਦੀ ਕਮੀ ਦੇ ਕਰਕੇ ਖੇਤੀਬਾੜੀ ਦੇ ਸੀਜ਼ਨ ਦੇ ਉੱਤੇ ਬੁਰਾ ਪ੍ਰਭਾਵ ਪਿਆ ਹੈ, ਕਿਉਂਕਿ ਖੇਤੀਬਾੜੀ ਨਾਲ ਸੰਬੰਧਿਤ ਸੀਜ਼ਨਲ ਕਾਮੇ ਕੈਨੇਡਾ ਦੇ ਵਿੱਚ ਪਹੁੰਚ ਨਹੀਂ ਸੀ ਸਕੇ, ਜਿਸ ਤੋਂ ਬਾਅਦ ਕਾਮਿਆਂ ਦੀ ਕਮੀ ਕਰਕੇ ਕਾਫੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਤਾਂ ਉਸੇ ਸਮੇਂ
ਖੇਤੀਬਾੜੀ ਮੰਤਰੀ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਸੀ ਕਿ ਆਉਂਦੇ ਸਮੇਂ ਵਿੱਚ ਕੈਨੇਡਾ ਦੇ ਵਿੱਚ ਖਾਣ ਪੀਣ ਦਾ ਸਮਾਨ ਮਹਿੰਗਾ ਹੋ ਸਕਦਾ ਹੈ, ਕਿਉਂਕਿ ਇਸ ਸਮੇਂ ਜੋ ਖੇਤੀਬਾੜੀ ਦੇ ਉੱਤੇ ਪ੍ਰਭਾਵ ਪਿਆ ਉਸ ਦਾ ਪ੍ਰਭਾਵ ਆਉਣ ਵਾਲੇ ਸਮੇਂ ਦੇ ਵਿੱਚ ਗਰੋਸਰੀ ਸਟੋਰਸ ਦੇ ਵਿੱਚ ਦੇਖਣ ਨੂੰ ਮਿਲੇਗਾ। ਨਾ ਸਿਰਫ ਇਹ ਕਿਹਾ ਗਿਆ ਸੀ ਕਿ ਮਹਿੰਗਾਈ ਹੋ ਸਕਦੀ ਹੈ, ਸਗੋਂ ਨਾਲ ਹੀ ਇਹ ਵੀ ਕਿਹਾ ਗਿਆ ਸੀ ਕਿ ਖਾਣ ਪੀਣ ਦੇ ਸਮਾਨ ਦੀ ਵੈਰਾਈਟੀ ਦੇ ਵਿੱਚ ਕਮੀ ਆ ਸਕਦੀ ਹੈ ਤੇ ਕੁਝ ਇਸੇ ਨਾਲ ਸੰਬੰਧਿਤ ਹੁਣੇ ਰਿਪੋਰਟ ਵੀ ਸਾਹਮਣੇ ਆਈ ਹੈ, ਜਿਸ ਤੋਂ ਸਾਫ਼ ਹੁੰਦਾ ਦਿਖਾਈ ਦੇ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੈਨੇਡਾ ਦੇ ਵਿੱਚ ਮਹਿੰਗਾਈ ਹੋਣ ਵਾਲੀ ਹੈ, ਜਿਸ ਦੇ ਨਾਲ ਗਰੋਸਰੀ ਦੇ ਰੇਟ ਨੇ ਜੋ ਕਾਫੀ ਵਧਣ ਵਾਲੇ ਨੇ। ਅਗਲੀ ਖਬਰ ਸਰੀ ਤੋਂ ਹੈ। ਨਿਊਟਨ ਖੇਤਰ ਵਿੱਚ ਇੱਕ ਘਰ 'ਚ ਗੋਲੀ ਚੱਲੀ, ਜਿਸ ਤੋਂ ਬਾਅਦ ਇੱਕ ਵਿਅਕਤੀ ਕਾਫੀ ਗੰਭੀਰ ਹਾਲਤ ਵਿੱਚ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ। RCMP ਦੇ ਵੱਲੋਂ ਜੋ ਇਸ ਦੇ ਉੱਤੇ ਅਪਡੇਟ ਦਿੱਤੀ ਗਈ ਹੈ ਉਹ ਤੁਹਾਨੂੰ ਹੁਣ ਦੱਸਦੇ ਹਾਂ। ਸਰੀ RCMP ਨੇ ਜਾਣਕਾਰੀ ਦਿੱਤੀ ਹੈ ਕਿ ਨਿਊਟਨ ਖੇਤਰ ਵਿੱਚ ਅੱਜ ਇੱਕ ਘਰ ਦੇ ਵਿੱਚ ਗੋਲੀਆਂ ਚੱਲਣ ਦਾ ਮਾਮਲਾ ਵਾਪਰਿਆ ਹੈ। ਅੱਜ ਸਵੇਰੇ 2:55 ਦਾ ਸਮਾਂ ਸੀ ਜਦੋਂ ਸਰੀ RCMP ਦੇ ਫਰੰਟਲਾਈਨ ਆਫੀਸਰਸ ਨੂੰ ਬ੍ਰੇਕ ਐਂਡ ਐਂਟਰ ਦੇ ਮਾਮਲੇ ਦੇ ਬਾਰੇ ਜਾਣਕਾਰੀ ਦਿੱਤੀ ਗਈ ਤੇ ਗੋਲੀਆਂ ਚੱਲਣ ਦੇ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਉਹ 5800 ਬਲਾਕ ਤੇ 129 ਸਟਰੀਟ ਦੇ ਉੱਤੇ ਪਹੁੰਚੇ, ਜਿੱਥੇ ਘਰ ਦੇ ਵਿੱਚ ਗੋਲੀਆਂ ਚੱਲੀਆਂ ਸੀ। ਜਦੋਂ ਤੱਕ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤਾਂ ਉੱਥੇ 67 ਸਾਲ ਦਾ ਇੱਕ ਵਿਅਕਤੀ ਮੌਜੂਦ ਸੀ ਜੋ ਕਿ ਗੰਭੀਰ ਹਾਲਤ ਵਿੱਚ ਸੀ। ਉਸ ਨੂੰ ਗੋਲੀ ਲੱਗੀ ਹੋਈ ਸੀ। ਇਸ ਦੌਰਾਨ ਉਸ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਕਿ ਉਸ ਦੀ ਹਾਲਤ ਗੰਭੀਰਤਾ ਹੈ ਪਰ ਖਤਰੇ ਤੋਂ ਬਾਹਰ ਹੈ। ਇਸ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਤੱਕ ਉਹ ਮੌਕੇ ਤੇ ਪਹੁੰਚੇ ਉਦੋਂ ਤੱਕ ਗੋਲੀਆਂ ਚਲਾਉਣ ਵਾਲਾ ਵਿਅਕਤੀ ਉੱਥੇ ਤੋਂ ਜਾ ਚੁੱਕਿਆ ਸੀ, ਜਿਸ ਦੇ ਬਾਰੇ ਦੱਸਿਆ ਗਿਆ ਕਿ ਕਾਫੀ ਲੰਮੇ ਕੱਦ ਦਾ ਵਿਅਕਤੀ ਸੀ, ਜਿਸ ਨੇ ਕਿ ਕਾਲੇ ਰੰਗ ਦੀ ਸ਼ਰਟ ਪਾਈ ਹੋਈ ਸੀ ਤੇ ਕਾਲੀ ਹੀ ਪੈਂਟ ਪਾਈ ਹੋਈ ਸੀ। ਸਰੀ RCMP ਤੋਂ ਸੀਰੀਅਸ ਕ੍ਰਾਈਮ ਯੂਨਿਟ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਟੀਮ ਦੇ ਵੱਲੋਂ ਇਸ ਸਮੇਂ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਨਿਸ਼ਾਨਾ ਧਾਰ ਕੇ ਗੋਲੀ ਚਲਾਈ ਗਈ ਸੀ ਜਾਂ ਫਿਰ ਗੋਲੀ ਚਲਾਉਣ ਵਾਲੇ ਵਿਅਕਤੀ ਦਾ ਕੋਈ ਹੋਰ ਮੰਤਵ ਸੀ। ਇਸ ਦੌਰਾਨ ਪੁਲਿਸ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਜਿਹੜੇ ਵਿਅਕਤੀ ਦੇ ਗੋਲੀ ਲੱਗੀ ਹੈ ਉਸ ਨੂੰ ਪਹਿਲਾਂ ਤੋਂ ਪੁਲਿਸ ਨਹੀਂ ਜਾਣਦੀ ਸੀ। ਇਸ ਦੇ ਬਾਰੇ ਪੁਲਿਸ ਦੇ ਵੱਲੋਂ ਹੋਰ ਸਬੂਤ ਇਕੱਠੇ ਕੀਤੇ ਜਾ ਰਹੇ ਨੇ ਤੇ ਚਸ਼ਮਦੀਦਾਂ ਦੇ ਨਾਲ ਗੱਲਬਾਤ ਵੀ ਕੀਤੀ ਜਾ ਰਹੀ ਹੈ। ਜੇਕਰ ਕਿਸੇ ਕੋਲ ਵੀ ਕੋਈ ਹੋਰ ਜਾਣਕਾਰੀ ਹੋਵੇ ਤਾਂ ਸਰੀ RCMP ਦੇ ਨਾਲ 604 5990 502 ਤੇ ਸੰਪਰਕ ਕੀਤਾ ਜਾ ਸਕਦਾ ਹੈ। ਅਗਲੀ ਖਬਰ ਟੋਰਾਂਟੋ ਤੋਂ ਹੈ, ਜਿੱਥੇ ਕਿ ਅੱਜ ਸਵੇਰੇ 3 ਵਾਰ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ, ਜਿਸ ਤੋਂ ਬਾਅਦ ਇੱਕ ਮੌਤ ਵੀ ਹੋਈ ਹੈ। ਸ਼ਨੀਵਾਰ ਦੀ ਸਵੇਰ ਨੂੰ ਟੋਰਾਂਟੋ ਦੇ ਵਿੱਚ ਗੋਲੀਆਂ ਚੱਲੀਆਂ ਨੇ। ਇਸ ਵਾਰ 3 ਵਾਰ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਨਾਲ ਇੱਕ ਮੌਤ ਵੀ ਹੋਈ ਹੈ। ਸਵੇਰੇ 5:15 ਵਜੇ ਦਾ ਸਮਾਂ ਸੀ ਜਦੋਂ 3 ਵਾਰ ਗੋਲੀਆਂ ਚੱਲੀਆਂ। ਇੱਕ ਅਪਾਰਟਮੈਂਟ ਬਿਲਡਿੰਗ ਦੇ ਉੱਤੇ ਗੋਲੀਆਂ ਚੱਲਣ ਦਾ ਇਹ ਮਾਮਲਾ ਸਾਹਮਣੇ ਆਇਆ, ਜੋ ਕਿ ਸਕਿਪਟਨ ਸਟਰੀਟ ਦੇ ਉੱਤੇ ਸ਼ੈਫਰਡ ਐਵੇਨਿਊ ਦੇ ਉੱਤੇ ਵਾਪਰਿਆ। ਟੋਰਾਂਟੋ ਪੁਲਿਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ 3 ਵਿਅਕਤੀਆਂ ਦੇ ਗੋਲੀਆਂ ਮਾਰੀਆਂ ਗਈਆਂ ਸੀ, ਜੋ ਕਿ ਅਪਾਰਟਮੈਂਟ ਬਿਲਡਿੰਗ ਦੇ ਵਿੱਚ ਹੀ ਸਨ, ਜਿਨ੍ਹਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਗਈ ਤੇ 2 ਜ਼ਖਮੀ ਹੋਏ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇੱਥੇ ਜ਼ਿਕਰਯੋਗ ਹੈ ਕਿ ਅੱਜ ਜੋ ਗੋਲੀਆਂ ਚੱਲਣ ਕਰਕੇ ਮੌਤ ਹੋਈ ਹੈ, ਉਸ ਤੋਂ ਬਾਅਦ ਟੋਰਾਂਟੋ ਦੇ ਵਿੱਚ ਸਾਲ 2020 ਦੇ ਦੌਰਾਨ ਇਹ 57ਵਾਂ ਕਤਲ ਹੋਇਆ ਹੈ। ਹੁਣ ਖਬਰ ਬ੍ਰਿਟਿਸ਼ ਕੋਲੰਬੀਆ ਤੋਂ, ਜਿੱਥੇ ਕਿ ਚੋਣਾਂ ਦੌਰਾਨ ਇੱਕ ਪੰਜਾਬੀ ਮੂਲ ਦੇ ਉਮੀਦਵਾਰ ਦੇ ਉੱਤੇ ਇਲਜ਼ਾਮ ਲੱਗੇ ਸੀ। ਇਲੈਕਸ਼ਨ BC ਦੇ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਸੀ, ਜਿਸ ਤੋਂ ਬਾਅਦ ਹੁਣ ਉਸ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ। ਇਲੈਕਸ਼ਨ BC ਨੇ ਉਸ ਜਾਂਚ ਨੂੰ ਪੂਰਾ ਕਰ ਦਿੱਤਾ ਹੈ, ਜੋ ਕਿ ਇੱਕ ਪੰਜਾਬੀ ਮੂਲ ਦੇ BC ਲਿਬਰਲ ਪਾਰਟੀ ਵੱਲੋਂ MLA ਦੇ ਉਮੀਦਵਾਰ ਤੇ ਬੈਲਟ ਸੰਬੰਧੀ ਇਲਜ਼ਾਮ ਲੱਗੇ ਸੀ, ਜਿਸ ਤੋਂ ਬਾਅਦ ਇਲੈਕਸ਼ਨ BC ਨੇ ਗੈਰੀ ਥਿੰਦ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਇਸ ਦੌਰਾਨ ਇਲਜ਼ਾਮ ਲਾਏ ਗਏ ਸਨ ਤੇ ਸ਼ਿਕਾਇਤ ਕੀਤੀ ਗਈ ਸੀ ਕਿ ਗੈਰੀ ਥਿੰਦ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਗਰੁੱਪ ਦੇ ਰਾਹੀਂ ਲੋਕਾਂ ਤੋਂ ਨਿੱਜੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਸੀ, ਜਿਸ ਜਾਣਕਾਰੀ ਦੀ ਲੋੜ ਚਿੱਠੀ ਦੇ ਰਾਹੀਂ ਵੋਟ ਪਾਉਣ ਦੇ ਲਈ ਹੁੰਦੀ ਹੈ। ਇਸ ਦੌਰਾਨ ਇਲੈਕਸ਼ਨ BC ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਨੂੰ ਕੋਈ ਵੀ ਗੈਰੀ ਥਿੰਦ ਦੇ ਖਿਲਾਫ ਸਬੂਤ ਨਹੀਂ ਮਿਲਿਆ। ਇਸ ਸ਼ਿਕਾਇਤ ਨੂੰ NDP ਨੇ ਕੀਤਾ ਸੀ, ਜਿਸ ਦੇ ਬਾਰੇ ਉਮੀਦਵਾਰ ਰਵੀ ਕਾਲੋਂ ਵੱਲੋਂ ਜਨਤਕ ਤੌਰ ਤੇ ਦੱਸਿਆ ਵੀ ਗਿਆ ਸੀ। ਗੈਰੀ ਥਿੰਦ ਸਰੀ ਫਲੀਟਵੁੱਡ ਖੇਤਰ ਤੋਂ ਉਮੀਦਵਾਰ ਨੇ। COVID-19 ਦੇ ਕਰਕੇ ਇਸ ਵਾਰ ਚਿੱਠੀ ਰਾਹੀਂ ਵੱਡੀ ਗਿਣਤੀ ਵਿੱਚ ਲੋਕਾਂ ਦੇ ਵੱਲੋਂ ਵੋਟਾਂ ਪਾਈਆਂ ਜਾ ਰਹੀਆਂ ਨੇ ਤੇ ਅਕਤੂਬਰ 24 ਨੂੰ ਵੋਟਾਂ ਪੈ ਰਹੀਆਂ ਨੇ, ਪਰ ਅਜੇ ਵੀ ਜੇ ਕਿਸੇ ਨੇ ਵੋਟਾਂ ਪਾਉਣੀਆਂ ਨੇ ਤਾਂ ਚਿੱਠੀ ਰਾਹੀਂ ਜਾਂ ਫਿਰ ਇਲੈਕਸ਼ਨ BC ਦੇ ਦਫ਼ਤਰ ਦੇ ਵਿੱਚ ਜਾ ਕੇ ਵੋਟ ਪਾਈ ਜਾ ਸਕਦੀ ਹੈ। ਹੁਣ ਤੱਕ ਇਲੈਕਸ਼ਨ BC ਨੂੰ ਚਿੱਠੀ ਦੇ ਰਾਹੀਂ ਵੋਟ ਪਾਉਣ ਦੇ ਲਈ 4,94,000 ਬੇਨਤੀਆਂ ਮਿਲ ਚੁੱਕੀਆਂ ਨੇ ਤੇ ਜ਼ਿਆਦਾ ਗਿਣਤੀ ਦੇ ਵਿੱਚ ਇਸ ਵਾਰ ਲੋਕਾਂ ਦੇ ਵੱਲੋਂ ਚੁਣਿਆ ਜਾ ਰਿਹਾ ਹੈ ਕਿ ਉਹ ਚਿੱਠੀ ਦੇ ਰਾਹੀਂ ਹੀ ਵੋਟ ਪਾਉਣ। ਇਹ ਸੀ ਹੁਣ ਤੱਕ ਦੀਆਂ ਕੁਝ ਅਪਡੇਟਸ, ਜਿਸ ਦੇ ਵਿੱਚ ਜੋ ਅਹਿਮ ਜਾਣਕਾਰੀ ਸੀ ਉਹ ਇਹੋ ਸੀ ਕਿ CRB ਦੇ ਵਾਸਤੇ ਤੁਸੀਂ ਕਦੋਂ ਤੇ ਕਿਵੇਂ ਅਪਲਾਈ ਕਰ ਸਕਦੇ ਹੋ, ਜਿਸ ਦੇ ਲਈ 12 ਅਕਤੂਬਰ ਨੂੰ ਪੋਰਟਲ ਖੁੱਲ ਰਿਹਾ ਹੈ CRA ਦੀ ਵੈਬਸਾਈਟ ਦੇ ਉੱਤੇ।
ਤੇ ਇਸ ਤੋਂ ਇਲਾਵਾ ਜੋ ਕੇਅਰ ਗਿਵਿੰਗ ਤੇ ਸਿਕਨੈਸ ਦੇ ਵਾਸਤੇ ਬੈਨੀਫਿਟ ਹੈ ਉਸ ਦੇ ਲਈ ਤੁਸੀਂ 5 ਅਕਤੂਬਰ ਤੋਂ ਅਪਲਾਈ ਕਰ ਸਕਦੇ ਹੋ ਤੇ ਹਰ ਮਹੀਨੇ $2000 ਤੱਕ ਦੀ ਮਦਦ ਮਿਲੇਗੀ।